Hello my dear students, welcome to my YouTube channel Punjabi Gyan Khoj. Today we will do chapter 12th Profit and Loss. ਅੱਜ ਆਪਾਂ ਲਾਭ ਤੇ ਹਾਨੀ ਕੀ ਹੁੰਦੇ ਨੇ ਇਹਦੇ ਬਾਰੇ ਸਿੱਖਾਂਗੇ। ਇੱਕ ਕਹਾਣੀ ਨਾਲ ਸਮਝਦੇ ਹਾਂ। ਇੱਕ ਵਿਦਿਆਰਥੀ ਸੀ ਜਿਹਦਾ ਨਾਮ ਸੀ ਤਰਨਪ੍ਰੀਤ। ਸਕੂਲ ਦੇ ਵਿੱਚ ਇੱਕ ਕੰਪੀਟੀਸ਼ਨ ਹੋ ਰਿਹਾ ਸੀ ਜਿਹਦੇ 'ਤੇ ਤਰਨਪ੍ਰੀਤ ਨੇ ਸੋਚਿਆ ਕਿ ਉਹ ਇੱਕ ਦੀਵਾ ਡੈਕੋਰੇਟ ਕਰਕੇ ਲੈ ਕੇ ਆਏਗਾ। ਹੁਣ ਇਹਦੇ ਲਈ ਉਸ ਨੂੰ ਮਿੱਟੀ ਦੀ ਜ਼ਰੂਰਤ ਸੀ, ਕਲੇ ਚਾਹੀਦੀ ਸੀ, ਉਸਨੂੰ ਕਲਰਸ ਚਾਹੀਦੇ ਸੀ ਅਤੇ ਕੁਝ ਸਟਾਰਸ ਵਗੈਰਾ ਡੈਕੋਰੇਟ ਕਰਨ ਦੇ ਲਈ ਚਾਹੀਦੇ ਸੀ। ਉਹ ਇੱਕ ਦੁਕਾਨ 'ਤੇ ਗਿਆ। ਦੁਕਾਨ 'ਤੇ ਜਾ ਕੇ ਉਸਨੇ ਇਹ ਸਾਰਾ ਸਮਾਨ 20 ਰੁਪੀਜ਼ ਦੇ ਵਿੱਚ ਖਰੀਦ ਲਿਆ। ਉਸਨੇ ਇਸ ਦੀਵੇ ਨੂੰ 20 ਰੁਪਏ ਦੇ ਵਿੱਚ ਤਿਆਰ ਕਰ ਲਿਆ, ਪੂਰਾ ਵਧੀਆ ਤਿਆਰ ਕਰ ਲਿਆ। ਉਸਨੇ ਇਸ 'ਤੇ ਚੰਦ ਸਿਤਾਰੇ ਵੀ ਲਗਾ ਦਿੱਤੇ। ਹੁਣ ਸਕੂਲ ਜਦੋਂ ਗਿਆ, ਉਸਦੇ ਇੱਕ ਮਿੱਤਰ ਪਰਮ ਨੂੰ ਇਹ ਦੀਵਾ ਬੜਾ ਸੋਹਣਾ ਲੱਗਿਆ। ਪਰਮ ਨੇ ਕਿਹਾ ਕਿ ਇਹ ਦੀਵਾ ਤੂੰ ਮੈਨੂੰ ਦੇ ਦੇ। ਤਰਨ ਨੇ ਇਹ ਦੀਵਾ ਪਰਮ ਨੂੰ 30 ਰੁਪਏ ਦੇ ਵਿੱਚ ਦੇ ਦਿੱਤਾ। ਕੀ ਸਮਝੇ ਹੁਣ? ਤਰਨ ਨੇ ਇਸ 'ਤੇ 10 ਰੁਪਏ ਲਾਭ ਕਮਾ ਲਿਆ। ਤੁਹਾਨੂੰ ਕਿਵੇਂ ਪਤਾ ਲੱਗਿਆ? ਦੇਖੋ, ਸਾਨੂੰ ਪਤਾ ਲੱਗਿਆ ਕਿ ਤਰਨ ਨੇ ਇਹ ਦੀਵਾ ਖਰੀਦਿਆ ਕਿੰਨੇ 'ਚ ਸੀ? 20 ਰੁਪਏ ਦੇ ਵਿੱਚ। ਵੇਚ ਕਿੰਨੇ ਦੇ ਵਿੱਚ ਦਿੱਤਾ? 30 ਰੁਪਏ ਦੇ ਵਿੱਚ। ਖਰੀਦ ਮੁੱਲ ਨੂੰ ਅਸੀਂ ਕੋਸਟ ਪ੍ਰਾਈਸ ਵੀ ਕਹਿੰਦੇ ਹਾਂ। ਕੀ ਕਹਿੰਦੇ ਆ? ਕੋਸਟ ਪ੍ਰਾਈਸ। ਖਰੀਦ ਮੁੱਲ ਨੂੰ ਹੋਰ ਕੀ ਕਹਿੰਦੇ ਆ? ਕੋਸਟ ਪ੍ਰਾਈਸ ਕਹਿੰਦੇ ਆ। ਠੀਕ ਹੈ। ਅਤੇ ਵੇਚ ਮੁੱਲ ਨੂੰ ਕੀ ਕਹਿੰਦੇ ਆ? ਸੈਲਿੰਗ ਪ੍ਰਾਈਸ ਕਹਿੰਦੇ ਆ। ਕੀ ਕਹਿੰਦੇ ਆ? ਸੈਲਿੰਗ ਪ੍ਰਾਈਸ। ਉਸਨੇ ਕੋਸਟ ਪ੍ਰਾਈਸ ਕਿੰਨਾ ਸੀ ਉਸਦਾ? 20 ਰੁਪੀਜ਼। ਸੈਲਿੰਗ ਪ੍ਰਾਈਸ ਕਿੰਨਾ ਹੋ ਗਿਆ? 30 ਰੁਪੀਜ਼। ਤਾਂ ਹੁਣ ਜਦੋਂ ਅਸੀਂ ਸੈਲਿੰਗ ਪ੍ਰਾਈਸ ਵੱਧ ਹੈ, ਕੋਸਟ ਪ੍ਰਾਈਸ ਘੱਟ ਹੈ, ਸੈਲਿੰਗ ਪ੍ਰਾਈਸ ਜ਼ਿਆਦਾ ਹੈ, ਕੋਸਟ ਪ੍ਰਾਈਸ ਘੱਟ ਹੈ, ਤਾਂ ਸਾਨੂੰ ਪਤਾ ਲੱਗਿਆ ਜਦੋਂ ਵੀ SP ਯਾਨੀ ਕਿ ਸੈਲਿੰਗ ਪ੍ਰਾਈਸ ਜ਼ਿਆਦਾ ਹੋਵੇਗਾ CP ਦੇ ਕੋਲੋਂ, ਯਾਨੀ ਕਿ ਕੋਸਟ ਪ੍ਰਾਈਸ ਤੋਂ ਜ਼ਿਆਦਾ ਹੋਊਗਾ ਸੈਲਿੰਗ ਪ੍ਰਾਈਸ, ਤਾਂ ਹਮੇਸ਼ਾ ਕੀ ਹੋਏਗਾ? ਪ੍ਰੋਫਿਟ ਹੋਏਗਾ। ਕੀ ਹੋਏਗਾ? ਹਮੇਸ਼ਾ ਕੀ ਹੋਏਗਾ? ਪ੍ਰੋਫਿਟ ਹੋਏਗਾ। ਦੇਖੋ, ਸੈਲਿੰਗ ਪ੍ਰਾਈਸ 30 ਰੁਪਏ ਹੈ, ਕੋਸਟ ਪ੍ਰਾਈਸ 20 ਰੁਪਏ ਹੈ, ਤਾਂ ਕਿੰਨੇ ਰੁਪਏ ਪ੍ਰੋਫਿਟ ਹੋ ਗਿਆ? 10 ਰੁਪੀਜ਼ ਪ੍ਰੋਫਿਟ ਹੋ ਗਿਆ। ਹੁਣ ਕੀ ਹੋਇਆ? ਅਗਲੇ ਦਿਨ ਪਰਮ ਬੜਾ ਖੁਸ਼ ਸੀ ਇਸ ਚੀਜ਼ ਨੂੰ ਲੈ ਕੇ। ਉਸਨੇ ਇਹ ਦੀਵਾ ਆਪਣੇ ਦੋਸਤ ਤਨਵੀਰ ਨੂੰ ਦਿਖਾਇਆ। ਤਨਵੀਰ ਉਸਦਾ ਬੜਾ ਪੱਕਾ ਆੜੀ ਸੀ। ਤਨਵੀਰ ਨੂੰ ਵੀ ਇਹ ਦੀਵਾ ਬਹੁਤ ਸੋਹਣਾ ਲੱਗਿਆ। ਤਾਂ ਪਰਮ ਨੇ ਇਹ ਦੀਵਾ ਉਸਨੂੰ 20 ਰੁਪਏ ਦੇ ਵਿੱਚ ਦੇ ਦਿੱਤਾ। ਪਰਮ ਨੂੰ ਹਾਨੀ ਹੋ ਗਈ। ਪਰ ਸਾਨੂੰ ਕਿਵੇਂ ਪਤਾ ਲੱਗਾ? ਅਸੀਂ ਦੇਖਿਆ ਕਿ ਪਰਮ ਨੇ ਇਹ ਦੀਵਾ ਤਰਨ ਤੋਂ 30 ਰੁਪਏ ਦੇ ਵਿੱਚ ਖਰੀਦਿਆ ਸੀ। ਕਿੰਨੇ ਰੁਪਏ ਦੇ ਵਿੱਚ ਖਰੀਦਿਆ ਸੀ? 30 ਰੁਪਏ ਦੇ ਵਿੱਚ ਖਰੀਦਿਆ ਸੀ। ਪਰ ਹੁਣ ਉਸਨੇ ਤਨਵੀਰ ਨੂੰ 20 ਰੁਪਏ ਦੇ ਵਿੱਚ ਵੇਚ ਦਿੱਤਾ। ਕਿੰਨੇ ਰੁਪਏ ਦੇ ਵਿੱਚ ਵੇਚ ਦਿੱਤਾ? 20 ਰੁਪਏ ਦੇ ਵਿੱਚ ਵੇਚ ਦਿੱਤਾ। ਤਾਂ ਸਾਨੂੰ ਇਹ ਵੀ ਪਤਾ ਲੱਗਾ ਕਿ ਜਦੋਂ CP ਯਾਨੀ ਕਿ ਕੋਸਟ ਪ੍ਰਾਈਸ ਜ਼ਿਆਦਾ ਹੋਏਗੀ ਸੈਲਿੰਗ ਪ੍ਰਾਈਸ ਤੋਂ, ਤਾਂ ਸਾਨੂੰ ਕੀ ਹੋਵੇਗਾ? ਹਮੇਸ਼ਾ ਲੋਸ ਹੋਵੇਗਾ। ਕੀ ਹੋਵੇਗਾ? ਹਮੇਸ਼ਾ ਲੋਸ ਹੋਵੇਗਾ। ਤਾਂ ਇੱਥੇ ਕੋਸਟ ਪ੍ਰਾਈਸ ਕਿੰਨੀ ਹੈ? 30। ਅਤੇ ਸੈਲਿੰਗ ਪ੍ਰਾਈਸ ਕਿੰਨੀ ਹੈ? 20। ਤਾਂ ਕਿੰਨੇ ਰੁਪਏ ਲੋਸ ਹੋ ਰਿਹਾ ਹੈ? 10 ਰੁਪੀਜ਼ ਲੋਸ ਹੋ ਰਿਹਾ ਹੈ। ਕਿਹਨੂੰ ਹੋ ਰਿਹਾ ਹੈ? ਪਰਮ ਨੂੰ ਹੋ ਰਿਹਾ ਹੈ। ਹੁਣ ਤੁਸੀਂ ਬੱਚਿਓ ਇਹ ਦੋਨੇ ਫਾਰਮੂਲੇ ਯਾਦ ਰੱਖਣੇ ਨੇ। ਇੱਕ ਤਾਂ ਪ੍ਰੋਫਿਟ ਦਾ ਫਾਰਮੂਲਾ ਯਾਦ ਰੱਖਣਾ ਹੈ ਕਿ ਪ੍ਰੋਫਿਟ = ਸੈਲਿੰਗ ਪ੍ਰਾਈਸ ਮਾਈਨਸ ਕੋਸਟ ਪ੍ਰਾਈਸ। SP ਮਾਈਨਸ CP ਕੀ ਹੋਵੇਗਾ? ਹਮੇਸ਼ਾ ਪ੍ਰੋਫਿਟ ਹੋਵੇਗਾ। ਕੀ ਹੋਵੇਗਾ? ਪ੍ਰੋਫਿਟ ਹੋਵੇਗਾ। ਅਤੇ CP ਮਾਈਨਸ SP ਹਮੇਸ਼ਾ ਕੀ ਹੋਵੇਗਾ? ਲੋਸ ਹੋਵੇਗਾ। ਕੀ ਹੋਵੇਗਾ? ਲੋਸ ਹੋਵੇਗਾ। ਚਲੋ ਇਸ ਨੂੰ ਕੁਝ ਸਵਾਲਾਂ ਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਯਾਦ ਰੱਖਣਾ ਇਹ ਦੋਨੇ ਚੀਜ਼ਾਂ ਕਿ SP ਜਦੋਂ ਵੱਧ ਹੈ CP ਦੇ ਨਾਲੋਂ, ਤਾਂ ਹਮੇਸ਼ਾ ਕੀ ਹੋਵੇਗਾ? ਪ੍ਰੋਫਿਟ। ਜਦੋਂ CP ਜ਼ਿਆਦਾ ਹੈ SP ਨਾਲੋਂ, ਤਾਂ ਹਮੇਸ਼ਾ ਕੀ ਹੋਵੇਗਾ? ਲੋਸ ਹੋਵੇਗਾ। ਆਓ ਕੁਝ ਸਮ ਕਰਕੇ ਦੇਖਦੇ ਹਾਂ ਆਪਾਂ।
ਦੇਖੋ ਬੱਚਿਓ, ਆਪਾਂ ਨੂੰ ਇੱਕ ਸਟੇਟਮੈਂਟ ਗਿਵਨ ਹੈ ਜਿਹਦੇ ਵਿੱਚ ਆਪਾਂ ਨੂੰ CP ਮਤਲਬ ਕੋਸਟ ਪ੍ਰਾਈਸ ਕੀ ਹੁੰਦੀ ਹੈ, ਕੋਸਟ ਪ੍ਰਾਈਸ ਐਂਡ SP ਮਤਲਬ ਸੈਲਿੰਗ ਪ੍ਰਾਈਸ ਕੀ ਹੁੰਦੀ ਹੈ, ਸੈਲਿੰਗ ਪ੍ਰਾਈਸ। ਦੋਨੇ ਗਿਵਨ ਨੇ। CP ਕੋਸਟ ਪ੍ਰਾਈਸ ਹੈਗੀ ਹੈ 5630 ਰੁਪੀਜ਼ ਐਂਡ SP ਹੈਗੀ ਹੈ 5580 ਰੁਪੀਜ਼। ਅਸੀਂ ਕੀ ਦੇਖਿਆ ਸੀ ਕਿ ਜਦੋਂ ਵੀ ਸਾਡੇ ਕੋਲੇ SP ਜ਼ਿਆਦਾ ਹੋਵੇ CP ਦੇ ਨਾਲੋਂ ਤਾਂ ਕੀ ਹੋਊਗਾ, ਪ੍ਰੋਫਿਟ ਹੋਏਗਾ। ਕੀ ਹੋਏਗਾ, ਪ੍ਰੋਫਿਟ ਹੋਏਗਾ। ਤਾਂ ਇੱਥੇ SP ਜ਼ਿਆਦਾ ਜਾਂ ਥੋੜ੍ਹੀ ਹੈ, ਅਸੀਂ ਦੇਖਿਆ ਕਿ ਇੱਥੇ SP ਹੈ ਉਹ ਘੱਟ ਹੈ। SP ਕੀ ਹੈ, ਘੱਟ ਹੈ। ਤਾਂ ਮਤਲਬ ਕੀ ਹੋਇਆ, ਇੱਥੇ ਸਾਨੂੰ ਲੋਸ ਹੋਵੇਗਾ। ਇਹ ਹੈ CP ਵੱਧ ਹੈ, SP ਘੱਟ ਹੈ। SP ਘੱਟ ਹੈ ਤਾਂ ਮਤਲਬ ਇੱਥੇ ਕੀ ਹੋਵੇਗਾ, ਲੋਸ ਹੋਵੇਗਾ। ਹੁਣ ਅਸੀਂ ਫਾਈਂਡ ਕਰਨਾ ਹੈ ਕਿ ਇੱਥੇ ਕੀ ਹੋਇਆਗਾ, ਇੱਥੇ ਕੀ ਹੋਇਆਗਾ, ਕਿੰਨਾ ਸਾਨੂੰ ਲੋਸ ਹੋਇਆਗਾ। ਤਾਂ SP CP ਮਾਈਨਸ SP ਇਜ਼ੀਕਲ ਟੂ ਕੀ ਹੋ ਗਿਆ ਸਾਡੇ ਕੋਲੇ, ਲੋਸ ਦੇ। CP ਕਿੰਨੀ ਹੈ, 5630 ਮਾਈਨਸ 5580। ਤਾਂ ਹੁਣ ਅਸੀਂ ਇਸ ਨੂੰ ਹੱਲ ਕਰਕੇ ਦੇਖਦੇ ਹਾਂ, ਸੋਲਵ ਕਰਕੇ ਦੇਖਦੇ ਹਾਂ। 5630 5580 ਮਾਈਨਸ ਕਰ ਦਿਓ ਇਸ ਨੂੰ, 0 ਇਹ 13 ਹੋ ਜਾਏਗਾ, 13 ਇਸ ਦੇ ਵਿੱਚੋਂ ਜਦੋਂ 8 ਮਾਈਨਸ ਕਰੋਗੇ ਤਾਂ ਤੁਹਾਡੇ ਕੋਲ ਆ ਗਿਆ 5, ਇੱਧਰ 5 ਰਹਿ ਗਿਆ, 5 ਦੇ ਵਿੱਚੋਂ 5 ਗਿਆ 0, ਠੀਕ ਹੈ 0। ਤਾਂ ਤੁਹਾਨੂੰ 50 ਰੁਪੀਜ਼ ਦਾ ਕੀ ਹੋ ਗਿਆ, ਲੋਸ ਹੋ ਗਿਆ। 50 ਰੁਪੀਜ਼ ਦਾ ਲੋਸ ਹੋ ਗਿਆ। ਆਈ ਹੋਪ ਯੂ ਵਿਲ ਅੰਡਰਸਟੈਂਡ। ਤਾਂ ਇਹ ਕੀ ਹੈ, ਸਾਡੇ ਕੋਲੇ ਲੋਸ ਹੈ ਕਿੰਨੀ ਅਮਾਊਂਟ ਦਾ, 50 ਰੁਪੀਜ਼ ਦਾ। ਕਿੰਨੀ ਅਮਾਊਂਟ ਦਾ, 50 ਰੁਪੀਜ਼ ਦਾ। ਨੈਕਸਟ ਸਮ ਸੋਲਵ ਕਰਕੇ ਦੇਖਦੇ ਹਾਂ। ਹਾਂਜੀ ਪੁੱਤਰ ਦੇਖੋ, ਇਹ ਹੈ ਸਾਡਾ ਨੈਕਸਟ ਸਮ। ਇਸ ਦੇ ਵਿੱਚ ਸਾਨੂੰ CP ਮਤਲਬ ਕੋਸਟ ਪ੍ਰਾਈਸ, ਮੈਂ ਬਾਰ-ਬਾਰ ਤਾਂ ਬੋਲ ਰਿਹਾ ਤਾਂ ਕਿ ਤੁਹਾਨੂੰ ਯਾਦ ਹੋ ਜੇ। SP ਮਤਲਬ ਸੈਲਿੰਗ ਪ੍ਰਾਈਸ। ਤਾਂ ਹੁਣ ਤੁਹਾਨੂੰ ਕੋਸਟ ਪ੍ਰਾਈਸ ਕਿੰਨੀ ਹੈ, 10,475 ਰੁਪਏ ਅਤੇ ਸੈਲਿੰਗ ਪ੍ਰਾਈਸ ਕਿੰਨੀ ਹੈ, 10,754 ਰੁਪਏ। ਤਾਂ ਵੱਧ ਕਿਹੜਾ ਹੋ ਗਿਆ, ਵੱਧ ਹੋ ਗਿਆ 10,754 ਰੁਪਏ, ਯਾਨੀ ਕਿ ਸੈਲਿੰਗ ਪ੍ਰਾਈਸ ਸਾਡੇ ਕੋਲ ਜ਼ਿਆਦਾ ਹੋ ਗਿਆ। ਅਸੀਂ ਕੀ ਸਿੱਖਿਆ ਸੀ ਕਿ ਜਦੋਂ ਵੀ ਸੈਲਿੰਗ ਪ੍ਰਾਈਸ ਜ਼ਿਆਦਾ ਹੋਵੇ ਕਿਸ ਨਾਲੋਂ, ਕੋਸਟ ਪ੍ਰਾਈਸ ਨਾਲੋਂ, ਤਾਂ ਹਮੇਸ਼ਾ ਕੀ ਹੁੰਦਾ ਹੈ, ਪ੍ਰੋਫਿਟ ਹੁੰਦਾ ਹੈ। ਤਾਂ ਹਮੇਸ਼ਾ ਕੀ ਹੁੰਦਾ ਹੈ, ਪ੍ਰੋਫਿਟ ਹੁੰਦਾ ਹੈ। ਤਾਂ ਅਸੀਂ ਪ੍ਰੋਫਿਟ ਦਾ ਫਾਰਮੂਲਾ ਲਿਖਾਂਗੇ। ਪ੍ਰੋਫਿਟ ਨੂੰ ਅਸੀਂ ਕਿਵੇਂ ਲਿਖ ਦਿੰਦੇ ਹਾਂ, ਪ੍ਰੋਫਿਟ ਇਜ਼ ਇਕੁਅਲ ਟੂ SP ਮਾਈਨਸ CP। ਤਾਂ 10,754 ਰੁਪੀਜ਼ ਮਾਈਨਸ 10,475 ਰੁਪੀਜ਼। ਜਦੋਂ ਤੁਸੀਂ ਇਸ ਨੂੰ ਹੱਲ ਕਰੋਗੇ, ਹੁਣ ਆਪਾਂ ਇਸ ਨੂੰ ਹੱਲ ਕਰਕੇ ਦੇਖਦੇ ਹਾਂ। ਸਾਡੇ ਕੋਲ ਪਹਿਲਾ ਹੈ 10,554 ਦੇ ਵਿੱਚੋਂ ਅਸੀਂ 10,475 ਰੁਪਏ ਮਾਈਨਸ ਕਰਾਂਗੇ। ਤਾਂ 4 ਦੇ ਵਿੱਚੋਂ ਮਾਈਨਸ ਕਦੇ ਘਟਦਾ ਨਹੀਂ ਹੁੰਦਾ, ਤਾਂ ਇੱਧਰੋਂ ਇੱਕ ਕੈਰੀ ਕਰ ਲਾਂਗੇ, ਬਣ ਜਾਏਗਾ 14। ਕਿੰਨਾ ਬਣ ਜਾਏਗਾ, 14 ਦੇ ਵਿੱਚੋਂ ਜਦੋਂ ਤੁਸੀਂ 5 ਮਾਈਨਸ ਕਰੋਗੇ ਤਾਂ ਆ ਗਿਆ 9। ਇੱਧਰ ਰਹਿ ਗਿਆ 4 ਦੇ ਵਿੱਚੋਂ ਜਦੋਂ ਤੁਸੀਂ 7 ਤਾਂ ਮਾਈਨਸ ਕਰ ਨਹੀਂ ਸਕਦੇ, ਤਾਂ ਇੱਧਰੋਂ ਵੀ ਇੱਕ ਕੈਰੀ ਹੋਊਗਾ, ਤਾਂ ਇਹ ਕਿੰਨਾ ਬਣ ਗਿਆ ਸਾਡੇ ਕੋਲੇ 14 ਦੇ ਵਿੱਚੋਂ 7 ਮਾਈਨਸ ਕਰੋਗੇ ਤਾਂ 7 ਆ ਗਿਆ। ਇੱਧਰ ਆ ਗਿਆ ਸਾਡੇ ਕੋਲੇ 6 ਦੇ ਵਿੱਚੋਂ ਜਦੋਂ 4 ਮਾਈਨਸ ਕਰੋ ਕਿੰਨਾ ਆ ਗਿਆ 2। ਤਾਂ ਉਸ ਨੂੰ 279 ਰੁਪਏ 279 ਰੁਪੀਜ਼ ਦਾ ਕੀ ਹੋਇਆ,
प्रॉफिट हो गया। की होया? प्रॉफिट हो गया। 279 रुपीज़ का की होया उसनू प्रॉफिट होया। आई होप यू विल अंडरस्टैंड। ਡੀਅਰ ਸਟੂਡੈਂਟਸ, ਇਹ ਦੋ ਸਮ ਨੇ ਜਿਨ੍ਹਾਂ ਦੇ ਤੁਸੀਂ ਮੈਨੂੰ ਆਨਸਰ ਸੋਲਵ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਕਰਨਾ ਹੈ। ਇਹਨਾਂ ਦਾ ਤੁਸੀਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਕਰਨਾ ਹੈ। ਹੁਣ ਆਪਾਂ ਸਟੇਟਮੈਂਟ ਵਾਲੇ ਕੁਝ ਸਮ ਕਰਕੇ ਦੇਖਦੇ ਹਾਂ। ਸਟੇਟਮੈਂਟ ਦੇਖੋ ਬੇਟਾ, ਫਾਈਂਡ ਦਾ ਪ੍ਰੋਫਿਟ ਔਰ ਲਾਸ ਔਨ ਐਨ ਆਈਟਮ that was bought for rupees 500 360 and sold for 563। ਉਹ ਕਹਿੰਦਾ ਮੈਨੂੰ ਪ੍ਰੋਫਿਟ ਤੇ ਲਾਸ ਬਾਰੇ ਦੱਸੋ ਕਿ ਕੋਈ ਚੀਜ਼ ਖਰੀਦੀ ਤਾਂ ਗਈ 536 ਰੁਪਏ ਦੇ ਵਿੱਚ ਪਰ ਵੇਚੀ ਗਈ 563 ਰੁਪਏ ਦੇ ਵਿੱਚ। ਵੇਚੀ ਗਈ 563 ਰੁਪਏ ਦੇ ਵਿੱਚ। ਅਸੀਂ ਪੜ੍ਹਿਆ ਸੀ ਕਿ ਜਦੋਂ ਸੈਲਿੰਗ ਪ੍ਰਾਈਸ ਜ਼ਿਆਦਾ ਹੋਵੇ ਕੋਸਟ ਪ੍ਰਾਈਸ ਦੇ ਨਾਲੋਂ ਤਾਂ ਹਮੇਸ਼ਾ ਹੀ ਪ੍ਰੋਫਿਟ ਹੁੰਦਾ ਹੈ। ਅਤੇ ਪ੍ਰੋਫਿਟ ਨੂੰ ਫਾਈਂਡ ਕਰਨ ਦਾ ਫਾਰਮੂਲਾ ਹੁੰਦਾ ਹੈ ਸੈਲਿੰਗ ਪ੍ਰਾਈਸ ਮਾਈਨਸ ਕੋਸਟ ਪ੍ਰਾਈਸ। ਮਾਈਨਸ ਕੋਸਟ ਪ੍ਰਾਈਸ। ਤਾਂ ਹੁਣ ਅਸੀਂ ਇਸ ਨੂੰ ਇੱਧਰ ਰਫ ਕੰਮ ਦੇ ਵਿੱਚ ਕਰਕੇ ਵੀ ਦੇਖ ਲੈਂਦੇ ਹਾਂ ਸੋਲਵ। ਸਾਡੇ ਕੋਲ ਆ ਗਿਆ 563 ਸੈਲਿੰਗ ਪ੍ਰਾਈਸ, 536 ਕੀ ਆ ਗਿਆ ਸਾਡੇ ਕੋਲ ਕੋਸਟ ਪ੍ਰਾਈਸ। ਤਾਂ ਹੁਣ ਜਦੋਂ ਅਸੀਂ ਇਹਨੂੰ ਸੋਲਵ ਕਰਾਂਗੇ 3 ਦੇ ਵਿੱਚੋਂ 6 ਕਦੇ ਵੀ ਮਾਈਨਸ ਨਹੀਂ ਹੁੰਦਾ ਤਾਂ ਇਹ ਇੱਧਰੋਂ ਕੈਰੀ ਕਰੇਗਾ, ਇਹ ਬਣ ਜਾਏਗਾ 30। ਕੀ ਬਣ ਜਾਏਗਾ? 13। ਤਾਂ 13 ਦੇ ਵਿੱਚੋਂ 6 ਮਾਈਨਸ ਕੀਤੇ, ਸਾਡੇ ਕੋਲ ਆ ਗਿਆ 7। ਸਾਡੇ ਕੋਲ ਆ ਗਿਆ 7 6 ਇੱਧਰ ਰਹਿ ਗਿਆ ਸਾਡੇ ਕੋਲ 5 ਦੇ ਵਿੱਚ ਜਦੋਂ 3 ਮਾਈਨਸ ਕੀਤਾ ਆ ਗਿਆ 2, ਤਾਂ ਇਹ ਆ ਗਿਆ 27। ਤਾਂ 563 ਮਾਈਨਸ 536 ਇਜ਼ ਇਕਲ ਟੂ 27 ਰੁਪੀਜ਼। ਤਾਂ ਇਹ ਸਾਡੇ ਕੋਲ ਕੀ ਆ ਗਿਆ? ਸਾਡੇ ਕੋਲ ਪ੍ਰੋਫਿਟ ਆ ਗਿਆ। ਇਹ ਸਾਡੇ ਕੋਲ ਕੀ ਆ ਗਿਆ? ਪ੍ਰੋਫਿਟ ਆ ਗਿਆ। ਆਈ ਹੋਪ ਯੂ ਵਿਲ ਅੰਡਰਸਟੈਂਡ। ਨੈਕਸਟ ਸਮ ਕਰਦੇ ਹਾਂ। ਬੇਟਾ ਜੀ ਇਹ ਇੱਕ ਨਵਾਂ ਸਵਾਲ ਹੈ, ਨਿਊ ਟਾਈਪ ਦਾ ਸਵਾਲ ਹੈ। ਆਪਣੀ ਰਫ ਕਾਪੀ ਅਤੇ ਪੈਨਸਿਲ ਦੇ ਨਾਲ ਨੋਟ ਕਰਨਾ, ਕੁਝ ਜ਼ਰੂਰੀ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਗਾ। ਪਿਛਲੀਆਂ ਐਗਜ਼ਾਮਪਲਸ ਦੇ ਵਿੱਚ ਆਪਾਂ ਨੇ ਇਹ ਕੱਢਣਾ ਸਿੱਖਿਆ ਕਿ ਕਿੰਨੇ ਰੁਪਏ ਦਾ ਪ੍ਰੋਫਿਟ ਹੋਇਆ, ਕਿੰਨੇ ਰੁਪਏ ਦਾ ਸਾਨੂੰ ਲਾਸ ਹੋਇਆ। ਪਿਛਲੀਆਂ ਐਗਜ਼ਾਮਪਲ ਦੇ ਵਿੱਚ ਇਹ ਸਿੱਖਿਆ ਸੀਗਾ। ਬਟ ਹੁਣ ਤੁਹਾਨੂੰ ਪ੍ਰੋਫਿਟ ਦਿੱਤਾ ਹੋਊਗਾ ਜਾਂ ਲਾਸ ਦਿੱਤਾ ਹੋਊਗਾ, ਤੁਸੀਂ ਦੱਸਣਾ ਹੋਊਗਾ ਕਿ ਉਸ ਚੀਜ਼ ਨੂੰ ਕਿੰਨੇ ਰੁਪਏ ਦੇ ਵਿੱਚ ਖਰੀਦਿਆ ਗਿਆ, ਕਿੰਨੇ ਰੁਪਏ ਦੇ ਵਿੱਚ ਖਰੀਦਿਆ ਗਿਆ। ਇਹਨਾਂ ਸਵਾਲਾਂ ਦੇ ਵਿੱਚ ਜਦੋਂ ਤੁਹਾਨੂੰ ਪ੍ਰੋਫਿਟ ਦਿੱਤਾ ਹੋਵੇ, ਪ੍ਰੋਫਿਟ ਗਿਵਨ ਹੋਵੇ ਅਤੇ ਤੁਸੀਂ CP ਫਾਈਂਡ ਕਰਨੀ ਹੋਵੇ ਅਤੇ ਤੁਹਾਨੂੰ SP ਵੀ ਗਿਵਨ ਹੋਵੇ, ਸੈਲਿੰਗ ਪ੍ਰਾਈਸ ਵੀ ਗਿਵਨ ਹੋਵੇ, ਤਾਂ ਤੁਸੀਂ SP ਦੇ ਵਿੱਚੋਂ, ਸੈਲਿੰਗ ਪ੍ਰਾਈਸ ਦੇ ਵਿੱਚੋਂ ਘਟਾ ਕਰ ਦੋਗੇ ਪ੍ਰੋਫਿਟ ਨੂੰ। ਕੀ ਕਰ ਦੋਗੇ? ਪ੍ਰੋਫਿਟ ਨੂੰ ਘਟਾ ਦੋਗੇ ਸੈਲਿੰਗ ਪ੍ਰਾਈਸ ਦੇ ਵਿੱਚੋਂ। ਤਾਂ ਇੱਥੇ ਸਟੇਟਮੈਂਟ ਨੂੰ ਸਮਝੋ ਕਿ ਰਿਤਿਕਾ sold a Christmas tree for rupees 4675। 4675 ਰੁਪਏ ਦੇ ਵਿੱਚ ਉਹ ਇੱਕ ਕ੍ਰਿਸਮਸ ਟਰੀ ਖਰੀਦਦੀ ਹੈ, ਵੇਚ ਦਿੰਦੀ ਹੈ। ਠੀਕ ਹੈ, ਰਿਤਿਕਾ 4675 ਰੁਪਏ ਦੇ ਵਿੱਚ ਇੱਕ ਕ੍ਰਿਸਮਸ ਟਰੀ ਨੂੰ ਵੇਚ ਦਿੰਦੀ ਹੈ ਅਤੇ 500 ਰੁਪਏ ਦਾ ਪ੍ਰੋਫਿਟ ਕਮਾਉਂਦੀ ਹੈ, ਲਾਭ ਕਮਾਉਂਦੀ ਹੈ। ਵਟ ਵਾਜ ਦਾ ਕੋਸਟ ਪ੍ਰਾਈਸ ਆਫ ਕ੍ਰਿਸਮਸ ਟਰੀ। ਕ੍ਰਿਸਮਸ ਟਰੀ ਉਸਨੇ ਕਿੰਨੇ ਰੁਪਏ ਦੇ ਵਿੱਚ ਖਰੀਦਿਆ ਸੀ? ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਲਿਖੋਗੇ ਕਿ SP ਆਫ ਕ੍ਰਿਸਮਸ ਟਰੀ ਕਿੰਨੇ ਰੁਪਏ ਹੈ? 4675 ਰੁਪਏ। ਠੀਕ ਹੈ, 4675 ਰੁਪਏ। ਅਤੇ ਉਸਨੇ ਇਸ ਨੂੰ ਕਿੰਨੇ ਰੁਪਏ ਪ੍ਰੋਫਿਟ ਦੇ ਵਿੱਚ ਕਮਾਇਆ? ਪ੍ਰੋਫਿਟ ਕਮਾਇਆ ਇਸ 'ਤੇ 500 ਰੁਪਏ। ਕਿੰਨੇ ਰੁਪਏ? 500 ਰੁਪਏ।
ਤਾਂ ਹੁਣ ਆਪਾਂ ਨੇ ਫਾਈਂਡ ਕੀ ਕਰਨਾ ਹੈ, CP ਫਾਈਂਡ ਕਰਨੀ ਹੈ। CP ਫਾਈਂਡ ਕਰਨੀ ਹੈ ਤਾਂ CP ਫਾਈਂਡ ਕਰਨ ਦਾ ਫਾਰਮੂਲਾ ਤੁਸੀਂ ਸਾਰਿਆਂ ਨੇ ਨੋਟ ਕਰ ਲੈਣਾ SP ਮਾਈਨਸ ਪ੍ਰੋਫਿਟ। ਤਾਂ SP ਕਿੰਨੀ ਆ ਗਈ ਸਾਡੇ ਕੋਲੇ, SP ਆ ਗਈ 4675 ਰੁਪਏ ਘਟਾ 500। ਹੁਣ 4600 ਦੇ ਵਿੱਚੋਂ 4675 ਰੁਪਏ ਦੇ ਵਿੱਚੋਂ 500 ਰੁਪਏ ਨੂੰ ਘਟਾ ਦਿਓ। ਤਾਂ ਜਦੋਂ ਘਟਾਓਗੇ 5 7 1 ਐਂਡ 4, ਠੀਕ ਹੈ, 4175 ਰੁਪਏ ਦੇ ਵਿੱਚ ਉਸ ਨੇ ਇਸ ਨੂੰ ਖਰੀਦਿਆ ਸੀ। ਇਹੀ ਤੁਹਾਡਾ ਕੀ ਹੈ, ਆਨਸਰ ਆ ਗਿਆ। ਇਹ ਤੁਹਾਡਾ ਕੀ ਹੈ, ਆਨਸਰ ਆ ਗਿਆ। ਇਹ ਤਾਂ ਸੀ ਜਦੋਂ ਤੁਹਾਨੂੰ ਪ੍ਰੋਫਿਟ ਦਿੱਤਾ ਹੋਵੇ। ਜਦੋਂ ਤੁਹਾਨੂੰ ਲੋਸ ਦਿੱਤਾ ਹੋਵੇ ਫੇਰ ਕੀ ਕਰਨਾ ਹੈ, ਉਹ ਵੀ ਦੱਸ ਦਿੰਦਾ। ਜਦੋਂ ਤੁਹਾਨੂੰ ਲੋਸ ਦਿੱਤਾ ਹੋਊਗਾ, ਜਦੋਂ ਤੁਹਾਨੂੰ ਲੋਸ ਗਿਵਨ ਹੋਵੇ, ਲੋਸ ਗਿਵਨ ਹੈ, ਠੀਕ ਹੈ, ਅਤੇ ਤੁਸੀਂ CP ਫਾਈਂਡ ਕਰਨੀ ਹੈ ਅਤੇ ਨਾਲ ਹੀ ਤੁਹਾਨੂੰ ਕੀ ਦਿੱਤਾ ਹੋਇਆ, SP ਵੀ ਗਿਵਨ ਹੈ, ਸੈਲਿੰਗ ਪ੍ਰਾਈਸ ਵੀ ਗਿਵਨ ਹੈ, ਅਤੇ CP ਤੁਸੀਂ ਫਾਈਂਡ ਕਰਨੀ ਹੈ। CP ਕੀ ਕਰਨੀ ਹੈ, ਫਾਈਂਡ ਕਰਨੀ ਹੈ, ਕੋਸਟ ਪ੍ਰਾਈਸ ਫਾਈਂਡ ਕਰਨਾ ਹੈ। ਕੋਸਟ ਪ੍ਰਾਈਸ ਫਾਈਂਡ ਕਰਨਾ ਹੈ। ਤਾਂ ਦੇਖੋ, ਤਾਂ ਇੱਥੇ ਕਰੋਗੇ ਤੁਸੀਂ CP ਇਜ਼ ਇਕਲ ਟੂ ਸੈਲਿੰਗ ਪ੍ਰਾਈਸ ਪਲੱਸ ਲੋਸ, ਪਲੱਸ ਕੀ ਕਰ ਦੋਗੇ, ਲੋਸ। ਮੰਨ ਲਓ ਮੈਂ ਇੱਥੇ ਪ੍ਰੋਫਿਟ ਦੀ ਜਗ੍ਹਾ ਲੋਸ ਕਰ ਦਿੰਦਾ, ਇੱਥੇ ਕਰ ਦਿੰਦਾ ਲੋਸ, ਅਤੇ ਹੁਣ ਮੈਂ CP ਦੱਸਣੀ ਹੈ। ਤਾਂ ਮੈਂ 4675 ਰੁਪਏ ਦੇ ਵਿੱਚ 4675 ਰੁਪਏ ਦੇ ਵਿੱਚ 500 ਰੁਪਏ ਜੋੜ ਦੇਵਾਂਗਾ। ਕੀ ਕਰ ਦਾਂਗਾ, 500 ਰੁਪਏ ਜੋੜ ਦੇਵਾਂਗਾ। ਤਾਂ ਇਸ ਨੂੰ ਜੋੜ ਦਿਓ 5, ਠੀਕ ਹੈ, 7 6 ਤੇ 5 11, 4 ਤੇ 1 5। ਤਾਂ ਉਸਨੇ ਇਹ ਜੋ ਕ੍ਰਿਸਮਸ ਟਰੀ ਹੈ ਉਹ ਖਰੀਦਿਆ ਕਿੰਨੇ ਸੀ, 5175 ਰੁਪਏ ਦੇ ਵਿੱਚ, ਅਤੇ 500 ਰੁਪਏ ਉਸਨੂੰ ਲੋਸ 'ਤੇ ਇਸ ਨੂੰ ਵੇਚ ਦਿੱਤਾ। 500 ਰੁਪਏ ਲੋਸ 'ਤੇ ਇਸ ਨੂੰ ਵੇਚ ਦਿੱਤਾ। ਆਈ ਹੋਪ ਯੂ ਵਿਲ ਅੰਡਰਸਟੈਂਡ। ਪਲੀਜ਼ ਜੇਕਰ ਕਿਸੇ ਚੀਜ਼ ਦੀ ਤੁਹਾਨੂੰ ਸਮਝ ਨਾ ਲੱਗੀ ਹੋਵੇ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਦੇਣਾ। ਮਿਲਦੇ ਹਾਂ ਕੱਲ੍ਹ ਤੱਕ ਦੇ ਲਈ। ਸਤਿ ਸ਼੍ਰੀ ਅਕਾਲ।